ਆਪ ਜੀ ਨੂੰ ਬੇਨਤੀ ਕਰਾਂ, ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਸਾਹਿਬ ਕਮਾਲ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚੋਂ ਨਾ ਇੱਕ ਛੋਟੀ ਜਿਹੀ ਤੁਹਾਡੇ ਨਾਲ ਝਾਤ ਪਵਾ ਰਹੇ ਸਨ, ਇੱਕ ਛੋਟੀ ਜਿਹੀ ਝਾਤ, ਕਿਉਂਕਿ ਬਹੁਤਾ ਲੰਬਾ ਸਮਾਂ ਨਹੀਂ ਸੀ। ਮਾਨਜੋ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਜੀ ਨੂੰ ਮਹਾਂਪੁਰਸ਼ ਸਤਿਕਾਰ ਦੇਣਗੇ। ਮੈਂ ਬੇਨਤੀ ਕਰਾਂਗਾ ਖੁਜਾਲੇ ਵਾਲੇ ਮਹਾਂਪੁਰਸ਼ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ ਔਰ ਮਹਾਂਪੁਰਸ਼ ਇਕੱਠਿਆਂ ਹੀ ਸਤਿਕਾਰ ਦੇ ਰਹੇ ਨੇ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਨੂੰ ਬੇਨਤੀ ਹੈ ਸਤਿਕਾਰ ਪ੍ਰਾਪਤ ਕਰੋ ਜੀ। ਬੋਲੇ ਸੋਗ ਨਿਹਾਲ ਸ੍ਰੀ ਅਕਾਲ। ਮਾਨਯੋਗ ਸਿੰਘ ਸਾਹਿਬ ਨਾ ਜਦੋਂ ਆਏ ਸਨ ਤੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਸਾਹਿਬ ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਜੀਵਨ ਨਾਲ ਇੱਕ ਛੋਟਾ ਜਿਹਾ ਪ੍ਰਸੰਗ ਤੁਹਾਡੇ ਨਾਲ ਸਾਂਝਾ ਕਰ ਰਹੇ ਸਨ। ਤੁਸੀਂ ਬਹੁਤ ਸਾਰੇ ਸੱਜਣ ਜਾਣਦੇ ਹੋ, ਸਾਡੇ ਹਿੰਦੁਸਤਾਨ ਦੇ ਨਾ ਬਹੁਤ ਸਾਰੇ ਰਾਸ਼ਟਰਪਤੀ ਮੁਸਲਿਮ ਵੀ ਆਏ, ਹਿੰਦੂ ਵੀ ਆਏ, ਵੱਖ-ਵੱਖ ਧਰਮਾਂ ਤੋਂ ਰਾਸ਼ਟਰਪਤੀ, ਸਿੱਖ ਰਾਸ਼ਟਰਪਤੀ ਵੀ ਬਣਿਆ ਕਦੇ। ਜਦੋਂ ਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣੀ, ਤੁਹਾਡੇ ਬਹੁਤ ਸਾਰੇ ਤੁਸੀਂ ਉੱਥੋਂ ਦੇ ਪੜ੍ਹੇ ਹੋਵੋਗੇ ਉਸ ਯੂਨੀਵਰਸਿਟੀ ਦੇ, ਸਾਹਿਬ ਇਕਬਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਸੀ ਤੇ ਭਾਰਤ ਦੇ ਰਾਸ਼ਟਰਪਤੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੁਲਾਇਆ ਗਿਆ। ਯੂਨੀਵਰਸਿਟੀ ਅਜੇ ਨਵੀਂ ਬਣੀ ਸੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਆਗਮਨ ਪੁਰਬ ਤੇ ਆਓ ਤੇ ਕੁਝ ਬੋਲ ਕੇ ਜਾਓ। ਰਾਸ਼ਟਰਪਤੀ ਸਨ ਭਾਰਤ ਦੇ ਡਾਕਟਰ ਜ਼ਾਕਿਰ ਹੁਸੈਨ, ਬੜੇ ਸੁਲਝੇ ਹੋਏ ਮਨੁੱਖ ਸਨ, ਮੁਸਲਿਮ ਰਾਸ਼ਟਰਪਤੀ। ਆਪਣੇ ਸਟਾਫ ਨੂੰ ਆਖਣ ਲੱਗੇ ਕਿ ਮੈਂ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਣਾ ਹੈ ਪੰਜਾਬ ਵਿੱਚ, ਔਰ ਸਾਹਿਬ ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੈ, ਮੈਨੂੰ ਉੱਥੇ ਬੋਲਣਾ ਪੈਣਾ, ਮੈਨੂੰ ਕੁਝ ਬੁੱਕਸ ਲਿਆ ਕੇ ਦਿਓ ਰਾਸ਼ਟਰਪਤੀ ਭਵਨ ਦੀ ਲਾਇਬ੍ਰੇਰੀ ਵਿੱਚੋਂ, ਮੈਂ ਜਿਹਨਾਂ ਨੂੰ ਪੜ੍ਹ ਸਕਾਂ, ਗੁਰੂ ਗੋਬਿੰਦ ਸਿੰਘ ਦਾ ਜੀਵਨ ਪੜ੍ਹ ਸਕਾਂ। ਕਹਿੰਦੇ ਜਦੋਂ ਨਾ ਰਾਸ਼ਟਰਪਤੀ ਸਾਹਿਬ ਰਾਤ ਨੂੰ ਪੜ੍ਹ ਰਹੇ ਸਨ, ਰਾਤ ਦੇ 2 ਵਜ ਗਏ ਪੜ੍ਹਦਿਆਂ। ਵੱਖ-ਵੱਖ ਪੁਸਤਕਾਂ, ਵੱਖ-ਵੱਖ ਹਿਸਟਰੀ ਦੀਆਂ ਕਿਤਾਬਾਂ ਸਾਹਿਬ ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਪੜ੍ਹ ਰਹੇ ਸਨ, ਕਿਉਂਕਿ ਸੈਮੀਨਾਰ ਵਿੱਚ ਬੋਲਣਾ ਸੀ ਔਰ ਸੈਮੀਨਾਰ ਵਿੱਚ ਬੋਲਣ ਲਈ ਰਾਸ਼ਟਰਪਤੀ ਵੱਲੋਂ ਕਹੀ ਹੋਈ ਗੱਲ ਸਮੁੱਚੇ ਸੰਸਾਰ ਵਿੱਚ ਜਾਂਦੀ ਹੈ। ਜਦੋਂ ਪੜ੍ਹ ਰਹੇ ਸਨ ਨਾ ਤੇ ਰਾਸ਼ਟਰਪਤੀ ਸਾਹਿਬ ਕਹਿੰਦੇ ਜਦੋਂ ਰਾਤ ਦੇ 2 ਵਜੇ ਤੇ ਮੈਂ ਵੇਖਿਆ ਕਿ ਜਿਹੜੀ ਮੈਂ ਕਿਤਾਬ ਨੂੰ ਪੜ੍ਹ ਰਿਹਾ ਨਾ, ਉਸ ਕਿਤਾਬ ਦੇ ਉੱਤੇ ਕੁਝ ਜਲ ਦੇ ਪਾਣੀ ਦੇ ਤੁਪਕੇ ਡਿੱਗੇ ਹੋਏ ਨੇ। ਰਾਸ਼ਟਰਪਤੀ ਸਾਹਿਬ ਕਹਿੰਦੇ ਕਿ ਰਾਸ਼ਟਰਪਤੀ ਭਵਨ ਦੀ ਇਹ ਇਮਾਰਤ ਵਿੱਚੋਂ ਡਿੱਗ ਰਹੇ ਨੇ। ਆਲੇ ਦੁਆਲੇ ਵੇਖਿਆ, ਸੱਜੇ ਵੇਖਿਆ, ਖੱਬੇ ਵੇਖਿਆ, ਪਾਣੀ ਕਿੱਥੋਂ ਆ ਗਿਆ? ਰਾਤ ਦੇ 2 ਵਜੇ ਨੇ ਤੇ ਕਿਤੇ ਬਾਹਰ ਛੱਤ ਤੇ ਚੋ ਨਹੀਂ ਰਹੀ। ਤੇ ਜਦੋਂ ਕਹਿੰਦੇ ਮੈਂ ਆਪਣੇ ਚਸ਼ਮੇ ਉਤਾਰੇ, ਰਾਸ਼ਟਰਪਤੀ ਸਾਹਿਬ ਕਹਿੰਦੇ ਉਹ ਮੇਰੇ ਅੱਖਾਂ ਦੇ ਹੰਝੂ ਸਨ ਜਿਹੜੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਏ। ਮੇਰੀਆਂ ਅੱਖਾਂ ਦੇ ਹੰਝੂ ਸਨ ਉਸ ਜੀਵਨ ਲਈ, ਉਸ ਮਹਾਨ ਜੀਵਨ ਲਈ ਜਿਸ ਜੀਵਨ ਨੇ ਹਿੰਦੁਸਤਾਨ ਦੀ ਕਾਇਆ ਪਲਟ ਦਿੱਤੀ, ਹਿੰਦੁਸਤਾਨ ਦਾ ਜੀਵਨ ਬਦਲ ਦਿੱਤਾ। ਉਸੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਜੀਵਨ ਲਈ, ਉਹਨਾਂ ਦੇ ਜੀਵਨ ਦਾ ਕਹਿੰਦੇ ਮੈਂ ਕੁਝ ਕਰ ਨਹੀਂ ਸਕਦਾ, ਕੁਝ ਬੋਲ ਨਹੀਂ ਸਕਦਾ, ਕੁਝ ਕਹਿ ਨਹੀਂ ਸਕਦਾ, ਪਰ ਜੋ ਕਿਸੇ ਆਪਣੇ 2 ਹੰਝੂ ਕੇਰ ਦਿੱਤੇ ਤੇਰੇ ਜੀਵਨ ਲਈ ਕਿ ਤੂੰ ਬਹੁਤ ਕੁਝ ਦੇ ਕੇ ਗਿਆ ਇਸ ਹਿੰਦੁਸਤਾਨ ਨੂੰ। ਮੁਸਲਿਮ ਰਾਸ਼ਟਰਪਤੀ ਕਹਿ ਰਿਹਾ। ਮਾਨਯੋਗ ਸਿੰਘ ਸਾਹਿਬ ਬੈਠੇ ਨੇ, ਮੈਂ ਬੇਨਤੀ ਕਰਾਂ, ਸੰਗਤ ਵਿੱਚ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਨੇ, ਸਾਰਿਆਂ ਨੂੰ ਜੀ ਆਇਆਂ। ਮਾਨਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਪੰਥ ਰਤਨ ਸੱਚਖੰਡ ਵਾਸੀ, ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੇ ਲਾਡਲੇ, ਬੜਾ ਪਿਆਰ ਦਿੱਤਾ ਇਹਨਾਂ ਨੂੰ, ਉਹ ਵੀ ਆਏ ਨੇ, ਉਹਨਾਂ ਨੇ ਬਾਅਦ ਵਿੱਚ ਕੀਰਤਨ ਕਰਨਾ। ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਮਹਾਂਪੁਰਸ਼, ਸਤਿਕਾਰਯੋਗ ਬਾਬਾ ਜੀ ਖੁਜਾਲੇ ਵਾਲੇ ਮਹਾਂਪੁਰਸ਼ ਬਾਬਾ ਗੁਰਦੀਪ ਸਿੰਘ ਜੀ, ਉਹ ਵੀ ਹਾਜ਼ਰ ਹੋਏ ਨੇ। ਪਟਿਆਲੇ ਤੋਂ ਮਹਾਂਪੁਰਸ਼ ਬੈਠੇ ਨੇ, ਬਾਬਾ ਮਨੋਹਰ ਸਿੰਘ ਜੀ ਹੋਰੀ ਬੈਠੇ ਨੇ, ਸਤਿਕਾਰਯੋਗ ਬਾਬਾ ਮੇਜਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਬੈਠੇ ਨੇ। ਇਹ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਨੂੰ ਰੰਗੀਲਾ ਸਾਹਿਬ ਨੇ ਕੁਝ ਸਮੇਂ ਲਈ ਸਮੇਂ ਨੂੰ ਬੰਨ੍ਹ ਲਿਆ। ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਸਾਰਿਆਂ ਕੋਲ ਅਜਿਹੇ ਸ਼ਬਦ ਨਹੀਂ ਹੁੰਦੇ ਜਿਨ੍ਹਾਂ ਸ਼ਬਦਾਂ ਨਾਲ ਉਹਨਾਂ ਨੇ ਬੰਨਿਆ। ਮਾਨਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਦਰ ਸ਼੍ਰੀ ਅਕਾਲ ਤਖਤ ਸਾਹਿਬ, ਬਹੁਤ ਸਾਰੀ ਸੰਗਤ ਨੂੰ ਨਹੀਂ ਪਤਾ ਹੋਣਾ, ਆਮ ਤੇ ਜਥੇਦਾਰ ਸਾਹਿਬਾਨ ਦਾ ਜੀਵਨ ਮੈਂ ਇਹਨਾਂ ਨੂੰ ਬਹੁਤ ਨੇੜਿਓਂ ਵੇਖਿਆ। ਕਦੇ ਜਾਓਗੇ ਨਾ ਉਸ ਪਾਵਨ ਧਰਤੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੇ ਸਥਾਨ ਤੇ ਲੰਬਾ ਸਮਾਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਇਹਨਾਂ ਨੂੰ। ਉਹ 40 ਮੁਕਤਿਆਂ ਦੇ ਸਥਾਨ ਤੇ ਸਾਹਿਬ ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ। ਉਸ ਤੋਂ ਬਾਅਦ SGPC ਨੇ ਯੋਗ ਸਮਝਿਆ, ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਏ। ਉਸ ਤੋਂ ਬਾਅਦ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ। ਉਸ ਤੋਂ ਉਪਰੰਤ ਸਿੱਖ ਕੌਮ ਦੀ ਮਾਇਆ ਨਾਜ਼ ਇਹ ਪਦਵੀ ਹੈ ਜਹਦਰ ਸ਼੍ਰੀ ਅਕਾਲ ਤਖਤ, ਉੱਥੇ ਇਹਨਾਂ ਨੂੰ ਸੁਭਾਈਮਾਨ ਕੀਤਾ ਗਿਆ। ਇਸ ਦਾ ਮਤਲਬ ਹੈ ਕਿ ਬਹੁਤ ਸਾਰੀਆਂ ਸੇਵਾਵਾਂ ਨਿਭਾਉਣ ਤੋਂ ਬਾਅਦ ਮਾਨਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਹੋਰਾਂ ਨੂੰ ਇਸ ਅਸਥਾਨ ਤੇ ਲਿਆਂਦਾ ਗਿਆ ਔਰ ਇਹ ਉਹਨਾਂ ਦੀ ਪੁਖਤਾ ਦਲੀਲ
ਤੇ ਪੁਖਤਾ ਸਮਝ ਕਰਕੇ ਇੱਥੇ ਤੱਕ ਆਏ ਨੇ। ਕਿਉਂਕਿ ਕਿਸੇ ਮਨੁੱਖ ਨੂੰ ਜਦੋਂ ਕਦੇ ਤਰੱਕੀ ਵੀ ਮਿਲਦੀ ਹੈ ਨਾ ਕਿਸੇ ਜਗ੍ਹਾ ਤੇ, ਉਹਦੇ ਕੁਝ ਕਾਰਨ ਹੁੰਦੇ ਨੇ। ਸੋ ਸਤਿਗੁਰੂ ਦੀ ਬੜੀ ਰਹਿਮਤ ਹੈ। ਔਰ 40 ਮੁਕਤਿਆਂ ਦੇ ਸਥਾਨ ਤੋਂ ਜਿਹੜੀਆਂ ਇਹਨਾਂ ਨੂੰ ਬਖਸ਼ਾਂ ਮਿਲੀਆਂ ਨੇ ਨਾ, ਉਹ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੋਂ, ਉਹ ਕਦੇ ਬਿਆਨ ਨਹੀਂ ਕੀਤੀ ਜਾ ਸਕਦੀਆਂ, ਕਈਆਂ ਨਹੀਂ ਜਾ ਸਕਦੀਆਂ। ਔਰ ਉੱਥੋਂ ਹਮੇਸ਼ਾ ਜਦੋਂ ਗੱਲ ਕਰਦੇ ਨੇ, ਕਹਿੰਦੇ ਜੋ ਕੁਝ ਮੈਨੂੰ ਉੱਥੋਂ ਮਿਲਿਆ ਨਾ, ਸਾਹਿਬ ਕਮਾਲ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚੋਂ, ਜਿੱਥੇ ਉਹਨਾਂ ਨੇ 40 ਮੁਕਤਿਆਂ ਨੂੰ ਪਦਵੀਆਂ ਦਿੱਤੀਆਂ, ਵੱਡੇ ਵੱਡੇ ਅਹੁਦੇ ਬਖਸ਼ਿਸ਼ ਕੀਤੇ, ਔਰ 40 ਮੁਕਤਿਆਂ ਦਾ ਸੰਸਕਾਰ ਆਪਣੇ ਹੱਥੀਂ ਕੀਤਾ ਮੇਰੇ ਪਾਤਸ਼ਾਹ ਨੇ। ਉਸ ਸਥਾਨ ਤੋਂ ਕਹਿੰਦੇ ਮੈਨੂੰ ਬਹੁਤ ਕੁਝ ਮਿਲਿਆ। ਉਸ ਤੋਂ ਬਾਅਦ ਵਡੇਰਿਆਂ ਦਾ ਸਥਾਨ ਮਿਲ ਗਿਆ। ਮਾਨਯੋਗ ਸਿੰਘ ਸਾਹਿਬ ਜੀ ਦੇ ਬੇਟੇ ਵੀ ਸੰਗਤ 'ਚ ਬੈਠੇ ਨੇ, ਸਮੁੱਚਾ ਸਟਾਫ ਆਇਆ ਹੋਇਆ, ਸਾਰਿਆਂ ਨੂੰ ਜੀ ਆਇਆਂ ਆਖਦਾ। ਮੈਂ ਬੇਨਤੀ ਕਰਾਂਗਾ, ਸਿੰਘ ਸਾਹਿਬ ਜੀ ਦੇ ਬੜੇ ਰੁਝੇਵੇਂ ਹੁੰਦੇ ਨੇ, ਸਮਾਂ ਤਾਂ ਉਹਨਾਂ ਦਾ ਮੈਂ ਨਿਸ਼ਚਿਤ ਨਹੀਂ ਕਰ ਸਕਦਾ, ਪਰ ਕੁਝ ਮਿੰਟਾਂ ਲਈ ਉਹਨਾਂ ਨੇ ਹਾਜ਼ਰੀ ਭਰਨੀ ਹੈ। ਉਸ ਤੋਂ ਉਪਰੰਤ ਮਾਨਯੋਗ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਕੀਰਤਨ ਦੀ ਹਾਜ਼ਰੀ ਭਰਨਗੇ। ਮਾਨਯੋਗ ਸਿੰਘ ਸਾਹਿਬ ਜੀ ਨੂੰ ਬੋਲਣ ਤੋਂ ਪਹਿਲੇ ਬੇਨਤੀ ਕਰਾਂਗਾ ਸਮੁੱਚੀ ਸੰਗਤ ਨੂੰ, ਤੁਸੀਂ ਵੱਡੀ ਗਿਣਤੀ ਵਿੱਚ ਬਾਹਰ ਵੀ ਸੰਗਤ ਹੋ, ਇੱਥੇ ਵੀ ਹੋ, ਇੱਕ ਜੈਕਾਰਾ ਦਿਓ ਤਾਂ ਜੋ ਸਿੰਘ ਸਾਹਿਬ ਜੀ ਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਪਾਂ ਹੋ ਕੇ ਜੈਕਾਰਾ ਦਈਏ ਸਾਰੇ ਇਕੱਠੇ ਹੋ ਕੇ। ਬੋਲੇ ਸੋ ਨਿਹਾਲ। ਮਾਨਯੋਗ ਸਿੰਘ ਸਾਹਿਬ ਆਪ ਜੀ ਨੂੰ ਮੁਖਾਤਬ ਹੋ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ, ਹਰ ਸਿਮਰਤ ਆਨੰਦ ਅਨੰਤਾ। ਰੰਗ ਤਮਾਸਾ ਪੂਰਨ ਆਸਾ, ਕਬ ਹੈ ਨ ਵਿਆਪੈ ਚਿੰਤਾ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰ ਵਾਲੀ ਗੁਰੂ ਸਰੂਪ ਸਾਧ ਸੰਗਤ ਜੀ, ਵਡਭਾਗੀ ਹੋ ਸਾਹਿਬੇ ਆਲਮ ਸਾਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਖਾਲਸਾ ਪੰਥ ਦੇ ਸਿਰਜਣਾ ਦਿਹਾੜੇ ਨੂੰ ਮਨਾਉਣ ਦੇ ਲਈ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਸਰੂਪ ਸਿੰਘ ਜੀ, ਨਾਮ ਬਾਣੀ ਦੇ ਰਸੀਏ, ਮਹਾਨ ਪਰਉਪਕਾਰੀ, ਮਨੁੱਖਤਾ ਦੀ ਭਲਾਈ ਦੇ ਵਾਸਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੁਨੇਹਾ ਸੰਗਤਾਂ ਨੂੰ ਦੇ ਕੇ ਦੇਸ਼ ਤੇ ਵਿਦੇਸ਼ ਵਿੱਚ ਗੁਰਮਤਿ ਦਾ ਪ੍ਰਚਾਰ ਕਰ ਰਹੇ ਨੇ, ਉੱਥੇ ਬੇਅੰਤ ਵਿਦਿਆ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਕੇ ਸਕੂਲ ਚਲਾ ਰਹੇ ਨੇ ਔਰ ਮਨੁੱਖਤਾ ਦੀ ਸਿਹਤਯਾਬੀ ਵਾਸਤੇ ਹਸਪੀਟਲ ਵੀ ਚਲਾ ਰਹੇ ਨੇ।
ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਦੀ ਅਸੀਸ ਲੈ ਕੇ ਇਹ ਸਾਲਾਨਾ ਗੁਰਮਤਿ ਸਮਾਗਮ ਖਾਲਸੇ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਹੋ ਕੇ ਆਰੰਭ ਕੀਤੇ ਨੇ। ਅੱਜ ਦਾ ਇਹ ਸਮਾਗਮ ਬਹੁਤ ਹੀ ਸਤਿਕਾਰਯੋਗ ਸੱਚਖੰਡ ਵਾਸੀ ਬੀਬਾ ਕੁਲਬੀਰ ਕੌਰ ਜੀ, ਜਿਨ੍ਹਾਂ ਨੇ ਬੇਅੰਤ ਇਸ ਅਸਥਾਨ ਤੇ ਸੇਵਾਵਾਂ ਕਰਕੇ ਮਹਾਂਪੁਰਸ਼ਾਂ ਦੇ ਨਾਲ ਸਹਿਯੋਗੀ ਬਣ ਕੇ ਬੱਚੇ ਬੱਚੀਆਂ ਨੂੰ ਗੁਰਮਤਿ ਦੇ ਨਾਲ ਜੋੜਨ ਦੇ ਵਾਸਤੇ ਵੱਡਾ ਉਪਰਾਲਾ ਕਰਦੇ ਸਨ। ਇਹ ਉਹਨਾਂ ਨੇ ਸ਼ੁਰੂ ਕਰਵਾ ਕੇ ਸੰਗਤਾਂ ਦੀਆਂ ਸਤਿਗੁਰਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਨੇ। ਉਹਨਾਂ ਨੂੰ ਵੀ ਸਮਰਪਿਤ ਹੋ ਕੇ ਇਹ ਸਮਾਗਮ ਚੱਲ ਰਹੇ ਨੇ। ਪੰਥ ਦੇ ਮਹਾਨ ਵਿਦਵਾਨ ਗਿਆਨੀ ਭਗਵਾਨ ਸਿੰਘ ਜੀ ਜੌਹਲ ਸਾਹਿਬ, ਜੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ, ਆਪ ਜੀ ਨੂੰ ਸੰਬੋਧਨ ਹੋ ਰਹੇ ਸਨ ਔਰ ਜੋ ਬਹੁਤ ਹੀ ਸਤਿਕਾਰਤ ਹਸਤੀਆਂ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਆਪ ਸੰਗਤਾਂ ਦੇ ਵਿੱਚ ਦਰਸ਼ਨ ਕਰ ਰਹੇ ਹੋ, ਉਹਨਾਂ ਨੇ ਹਾਜ਼ਰੀਆਂ ਭਰਨੀਆਂ ਨੇ। ਰੰਗੀਲਾ ਜੀ ਨੇ ਹਾਜ਼ਰੀ ਭਰੀ, ਬੜੇ ਪਿਆਰੇ ਬਚਨ ਕੀਰਤਨ ਦੇ ਰਾਹੀਂ ਪ੍ਰਵਚਨਾਂ ਦੇ ਰਾਹੀਂ ਸਰਵਣ ਕਰਵਾਏ ਨੇ ਔਰ ਸਮਾਂ ਬਹੁਤ ਸੀਮਤ, ਇਸ ਕਰਕੇ ਮੈਂ ਦੁਬਾਰਾ ਨਾਮ ਨਾ ਲਵਾਂ। ਆਪ ਸੰਗਤਾਂ ਇਹਨਾਂ ਦੀਆਂ ਸੇਵਾਵਾਂ, ਇਹਨਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਰੋਮ ਰੋਮ ਕਰਕੇ ਮਹਾਂਪੁਰਸ਼ਾਂ ਸਾਰਿਆਂ ਨੂੰ ਸਤਿਕਾਰ ਦਿੰਦੇ ਹੋ। ਆਓ ਇੱਕ ਵਾਰੀ ਰਸਨਾ ਪਵਿੱਤਰ ਕਰਨ ਦੇ ਲਈ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖਤਾ ਨੇ ਇਸ ਮਨੁੱਖਾ ਜੀਵਨ ਨੂੰ ਸਫਲ ਕਰਨ ਦੇ ਲਈ ਔਰ ਇਸ ਨੂੰ ਹਮੇਸ਼ਾ ਹੀ ਪ੍ਰਾਪਤ ਕਰਨ ਦੇ ਵਾਸਤੇ ਅਨੇਕਾਂ ਯਤਨ ਕੀਤੇ ਨੇ। ਕੁਝ ਲੋਕਾਂ ਨੇ ਐਸੇ ਵੀ ਯਤਨ ਕੀਤੇ ਕਿ ਇਹ ਸਰੀਰ ਸਾਡਾ ਹਮੇਸ਼ਾ ਹੀ ਸਾਡੇ ਪਾਸ ਰਹੇ। ਭਾਵੇਂ ਉਹਨਾਂ ਨੇ ਕੁਝ ਔਸ਼ਧੀਆਂ ਦਾ ਆਸਰਾ ਲਿਆ, ਕੁਝ ਕੁਸ਼ਤਿਆਂ ਦਾ ਵੀ ਆਸਰਾ ਲੈ ਕੇ ਇਸ ਜ਼ਰਜ਼ਰੇ ਸਰੀਰ ਨੂੰ ਬਹੁਤਾ ਲੰਬੇਰਾ ਜੀਵਨ ਦੀ ਚਾਹਤ ਦੇ ਨਾਲ ਜਿਉਂਦੇ ਰਹੇ। ਪਰ ਕੁਝ ਐਸੇ ਚਿੰਤਕਾਂ ਨੇ ਇਸ ਨੂੰ ਹਮੇਸ਼ਾ ਬਣਾਈ ਰੱਖਣ ਦੇ ਲਈ ਅਨੇਕ ਪ੍ਰਕਾਰ ਦੀ ਵਿਚਾਰ ਕੀਤੀ, ਖੋਜ ਕੀਤੀ ਤੇ ਉਸ ਖੋਜ ਦੇ ਵਿੱਚੋਂ ਇੱਕ ਅੰਮ੍ਰਿਤ ਨਾਮ ਦਾ ਸ਼ਬਦ ਲੱਭਿਆ ਉਹਨਾਂ ਨੇ। ਅੰਮ੍ਰਿਤ ਦੇ ਅੱਖਰੀ ਅਰਥ ਹੁੰਦੇ ਨੇ ਮ੍ਰਿਤਿੂ ਤੋਂ ਰਹਿਤ ਹੋ ਜਾਣਾ। ਔਰ ਇਸ ਮ੍ਰਿਤਿੂ ਤੋਂ ਰਹਿਤ ਹੋਣ ਦੇ ਲਈ ਵਾਸਤਵ ਦੇ ਵਿੱਚ ਇਹ ਮ੍ਰਿਤਿੂ ਜੋ ਨਾਮ ਹੈ ਨਾ, ਬੜਾ ਭੈਦਾਇਕ ਨਾਮ ਹੈ ਔਰ ਇਸ ਦੇ ਨਾਮ ਤੋਂ ਵੀ ਹਮੇਸ਼ਾ ਮਨੁੱਖ ਡਰਦਾ ਰਹਿੰਦਾ। ਮੈਂ ਬੇਨਤੀ ਕਰਨਾ, ਵਾਸਤਵ ਦੇ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਕਿ ਇਹ ਮ੍ਰਿਤੂ ਨਹੀਂ, ਇਹ ਮੌਜ ਹੈ, ਇਹ ਖੁਸ਼ੀ ਹੈ। ਇਹ ਖੁਸ਼ੀ ਦਾ ਸਮਾਂ ਪ੍ਰਮਾਤਮਾ ਨੇ ਸਾਨੂੰ ਪ੍ਰਾਪਤ ਕਰਵਾਇਆ। ਜਿਸ ਤਰ੍ਹਾਂ ਹਰ ਇੱਕ ਮਾਂ ਬਾਪ ਦੀ ਇਹ ਚਾਹਨਾ ਹੁੰਦੀ ਹੈ ਕਿ ਉਹਦੇ ਬੱਚੇ ਦੇ ਜਿਹੜੇ ਬਸਤਰ ਨੇ ਨਾ, ਉਹ ਜੀਰਨ ਨਾ ਹੋਣ, ਉਹ ਪੁਰਾਣੇ ਨਾ ਹੋਣ, ਤੇ ਉਹਨਾਂ ਨੂੰ ਪੁਰਾਣੇ ਹੋਣ ਤੋਂ ਪਹਿਲਾਂ ਹੀ ਉਹ ਤਬਦੀਲ ਕਰਵਾ ਦਿੰਦੇ ਨੇ। ਹਾਲਾਂਕਿ ਬੱਚਾ ਨਹੀਂ ਚਾਹੁੰਦਾ। ਛੋਟੇ ਬੱਚੇ ਨੂੰ ਤੁਸੀਂ ਇਸ਼ਨਾਨ ਕਰਵਾਉਣਾ ਚਾਹੋ, ਉਸ ਦੇ ਤੁਸੀਂ ਬਸਤਰ ਬਦਲਵਾਉਣੇ ਚਾਹੋ, ਉਹ ਰਾਜ਼ੀ ਨਹੀਂ ਹੋਏਗਾ।
कि मेरे ये कपड़े उतार दिओ, भावें वो मैले भी क्यों ना होण। उन्हां कपड़ियां दे विच ही अपने आप नूं बड़ा वो सुखी महसूस करदा, उन्हां दे विच ही आनंदत अपने आप नूं समझदा। पर यह बाप दा फर्ज है ना कि ਉਹਦੇ ਜਿਹੜੇ मैले बस्तर ने वो उतार दिते जाण ते नवें बख्शिश कर दिते जाण। वास्तव दे विच ये मनुखा जन्म भी एक स्टेज है। बहुत बड़े विद्वान बैठे ने, महापुरुष बैठे ने, जौल साहब बैठे ने। एक स्टेज तो दूसरी स्टेज ज्यादा आनंददायक हुंदी है। ते जदों असीं ग्रंथां नूं पढ़दे हां, महापुरुषां दे विचार सुणदे हां, ते एक गल निश्चय दे विच हुंदी है कि इस मनुख दा जिहड़ा जीवन है वो पत्थर तो शुरू होया। पत्थर विच भी जीवन है, पत्थर दे विच भी, पहाड़ दे विच भी हरकत है। और अज साइंसदानां ने यह गल निश्चय करवा दी कि पहाड़ दी भी उम्र है। कुछ बचपन दे विच ने, कुछ युवा अवस्था दे विच ने, कोई बिरधी दे आलम दे विच ने, उन्हां दे विच भी उम्र है। पर पत्थर तो अगली स्टेज उस तो आनंददायक है, उस तो अगली स्टेज उस तो आनंददायक है। ते ऐ जिहड़ी स्टेज ते असीं पहुंच चुके हैं ना, जिहड़ी स्टेज ते भाव के जो मनुखा जन्म है, ये मनुखा जन्म एक आखिरली स्टेज है। अगर इस स्टेज ते पहुंच के असीं अपनी मंजिल दी प्राप्ति कर ली, अपने घर विच वापस चले गए, ते समझ लो कि जिवें आप जी हुणे ही कह रहे सी ना, सिख ते गुरु दी अभेदता हो जाती है, ते ब्रह्म दे विच अभेद हो जाएगा मनुख। अगर नहीं हो सकिया तो फिर उसे तरह चक्कर जीवन का फिर शुरू हो जाना, फिर 84 का चक्कर शुरू हो जाना। इस 84 के चक्कर तो बचन दे वास्ते किसी ने समुद्र दे विच अमृत की कल्पना की, ते किसी ने यूनान दे विच कौशक चश्मे दे विच अमृत की कल्पना की। पर जो मनुख ने कल्पना की, उस कल्पना के अनुसार ही वो इस चीज नूं प्राप्त करने दे लई यतन किया है उसने, पर कामयाब ना हो सके। कामयाबी उसनूं प्राप्त नहीं हो सकी, क्योंकि इस अमृत विचों भी जिहड़ी जिंदगी प्राप्त हुंदी है, जीवन प्राप्त हुंदा है ना, वो भी कोई ज्यादा सुखदायक नहीं। इतिहास गवाह है, कहंदे उन्हां अमृत अवलाखियां दी खोज दे विचों सिकंदरे आजम पास होया, पहुंचिया उस कौशक दे चश्मे दे उत्ते। ते जदों चश्मे ते पहुंच के अपना बुक भर के कि मैं हमेशा वास्ते जिंदगी प्राप्त कर लवांगा ना, कहंदी अजे बुक भरिया उसने, ते अजे अपने मुंह नूं ला के, लबा नूं ला के उसने पीता नहीं, पहलों उसनूं आवाज आ गई। किसी ने कुछ कहा, किसी ने कुछ कहा। वो एक ऐसे पंछी की आवाज जिसके शरीर तो खंभ झड़ चुके ने, जिसके शरीर दे विचों लहू पाक वह रही है, जिसका अंग अंग जिहड़ा है वो दर्दां दे नाल भरिया होया है। उसने चीख के कहा कि वेखी किते ये जिहड़ा अमृत समझ रहे, पानी समझ रहे, इसनूं पी ना बैठी। ये ठीक है, इसते पीण करके तेरी जिंदगी अमर हो जाएगी, पर हालत मेरे वर्गी हो जानी। अंग अंग दे विच दर्द हो रहा है, ना मर सकता हाँ, ना जिउंदा रह सकता। ऐसी दुखदायक उम्र ये सानू प्राप्त होई है, जिहड़ी बतीत करनी पै रही है। वास्तव दे विच विचारवानां ने अपने विचार प्रगट कीते ने
ਕਿ ਮਨੁੱਖ ਪਦਾਰਥਾਂ ਦੀ ਬਹੁਲਤਾ ਪ੍ਰਾਪਤ ਕਰਕੇ, ਬੇਅੰਤ ਪਦਾਰਥਾਂ ਨੂੰ ਧਨ ਸੰਚਿਤ ਕਰਕੇ ਇਹ ਚਾਹੁੰਦਾ ਹੈ ਕਿ ਮੈਂ ਆਪਣੇ ਜੀਵਨ ਵਿੱਚ ਸੁੱਖ ਪ੍ਰਾਪਤ ਕਰ ਸਕਾਂ। ਤੇ ਜਿਹੜੀ ਵਿਵੇਕ ਬੁੱਧੀ ਹੈ ਨਾ, ਉਹ ਵਿਵੇਕ ਬੁੱਧੀ ਉਸ ਨੂੰ ਤਾੜਨਾ ਕਰਦੀ ਹੈ ਕਿ ਭਲਿਆ ਇਸ ਜੀਵਨ ਵਿੱਚ ਸੁੱਖ ਨਹੀਂ ਹੈ, ਇਸ ਜੀਵਨ ਵਿੱਚ ਆਨੰਦ ਨਹੀਂ ਹੈ। ਇਹ ਤੇ ਮੇਰੇ ਦਾਤਾਰ ਵੀ ਕਹਿੰਦੇ ਨੇ ਨਾ, ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਪਰਦੇਸ ਪਰਮਾਏ, ਫਿਰ ਸੁਖ ਹੈ ਕਿੱਥੇ? ਤੇ ਸਾਹਿਬ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾਏ। ਹਰੀ ਪਰਮਾਤਮਾ ਦੇ ਗੁਣ ਗਾਇਨ ਕਰਨ ਕਰਕੇ ਸੁਖ ਹੈ। ਇਸ ਲਈ ਪਾਤਸ਼ਾਹ ਜੀ ਨੇ ਵੀ ਇਹ ਬਚਨ ਬਖਸ਼ਿਸ਼ ਕਰ ਦਿੱਤੇ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਇਹ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਤੇ ਜਿਨ੍ਹਾਂ ਨੂੰ ਇਹ ਨਿਸ਼ਚਾ ਸੀ ਨਾ ਕਿ ਅੰਮ੍ਰਿਤ ਜਾਂ ਤੇ ਸਮੁੰਦਰ ਦੇ ਵਿੱਚ ਹੈ ਤੇ ਜਾਂ ਚਸ਼ਮੇ ਵਿੱਚ ਹੈ, ਇਹ ਤੀਸਰਾ ਅੰਮ੍ਰਿਤ ਕਿੱਥੋਂ ਆ ਗਿਆ? ਹੈਰਾਨ ਹੋ ਗਏ, ਪੁੱਛਿਆ। ਪਰ ਸਾਹਿਬ ਕਹਿੰਦੇ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਕਿਰਪਾ ਕਰਹਿ ਜੇ ਆਪਣੀ, ਤੇ ਗੁਰ ਕੈ ਸ਼ਬਦ ਕਮਾਹੀ। ਇੱਕੋ ਹੀ ਅੰਮ੍ਰਿਤ ਹੈ ਪ੍ਰਮਾਤਮਾ ਦਾ ਨਾਮ। ਅੰਮ੍ਰਿਤ ਨਾਮ ਨਿਧਾਨ ਹੈ ਮੇਰੀ ਜਿੰਦੁੜੀਏ। ਇਹ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ, ਸਮਾਂ ਕਾਫੀ ਹੋ ਗਿਆ। ਇਸ ਕਰਕੇ ਗੁਰਦੇਵ ਪਾਤਸ਼ਾਹ ਨੇ ਜਦੋਂ ਸਾਨੂੰ ਇਹ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਨਾ, ਪੰਚੋਂ ਤਿਆਰ ਕੀਏ ਪੰਚੋਂ ਹੀ ਜੇਰ ਕੀਏ, ਪੰਚੋਂ ਪੜੀ ਥੀ ਬਾਣੀ, ਪੰਚੋਂ ਦਿਏ ਕਕਾਰਾ, आबे हयात जिसका मुतलाशी था सिकंदर, इम्तिहान में उतरे तिनको निखल पिलारा। तासीर उसकी अक्सीरे ऐसी आई, मर्दों में जान आई चिड़ियों ने बाज मारा। एक आदि ताकत, नाम दी ताकत। इसलिए पातशाह ने अमृत दी दात सानू बख्शिश की ਤੇ ਬਾਣੀ ਪੜ੍ਹ ਕੇ, ਪੰਜ ਬਾਣੀਆਂ ਪੜ੍ਹ ਕੇ। ਰੰਗੀਲਾ ਜੀ ਹੁਣੇ ਕਹਿ ਰਹੇ ਸਨ, ਖਾਲਸੇ ਦਾ ਇੱਕੋ ਹੀ ਨਿਤਨੇਮ ਹੈ, ਪੰਜ ਬਾਣੀਆਂ ਦਾ ਨਿਤਨੇਮ ਹੈ, ਔਰ ਇੱਕੋ ਹੀ ਅੰਮ੍ਰਿਤ ਹੈ ਜੋ ਸਾਨੂੰ ਦਾਤਾਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਛਕਾਉਣ ਵਾਲੇ ਸੇਵਾਦਾਰ ਵੱਖਰੇ ਵੱਖਰੇ ਨੇ, ਲੰਗਰ ਤਿਆਰ ਕਰਨ ਵਾਲੇ ਵੱਖਰੇ ਹੁੰਦੇ ਨੇ, ਛਕਾਉਣ ਵਾਲੇ ਵੱਖਰੇ ਹੁੰਦੇ ਨੇ, ਪਰ ਲੰਗਰ ਇੱਕ ਹੀ ਹੁੰਦਾ। ਇਹ ਗੁਰੂ ਦੀ ਬਖਸ਼ਿਸ਼ ਅੰਮ੍ਰਿਤ ਇੱਕ ਹੀ ਹੈ। ਇਹ ਨਿਰੰਕਾਰ ਨੇ ਡਿਊਟੀਆਂ ਵੱਖਰੀਆਂ ਵੱਖਰੀਆਂ ਲਾਈਆਂ ਹੋਈਆਂ ਨੇ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਪ੍ਰਭੂ ਪਰਮਾਤਮਾ ਦਾ ਨਾਮ, ਇਸ ਕਰਕੇ ਸਤਿਗੁਰਾਂ ਨੇ ਸਾਨੂੰ ਬਾਣੀ ਤੇ ਬਾਣਾ ਬਖਸ਼ਿਸ਼ ਕੀਤਾ ਕਿ ਬਾਹਰ ਬਾਣਾ ਹੋਵੇ ਤੇ ਅੰਦਰ ਬਾਣੀ ਹੋਵੇ। ਮਹਾਕਵੀ ਸੰਤੋਖ ਸਿੰਘ ਜੀ ਨੇ ਬੜੇ ਪਿਆਰੇ ਵਚਨ ਕਹੇ ਨੇ कि बाणी बाणा पंख पछानो, सिख गुरु का पंछी जानो। पंछी ने आकाश की सैर करनी है ते दोने पंख चाहिए ने, दो खंभ चाहिए ने उसदे। फिर वो जितनी मर्जी परवाज ले उडारी लावे, आनंद लवे। ते जे एक खंभ होवेगा ना ते धरती ते फड़फड़ा सकदा, उपर नहीं उठ सकदा। इसे तरह बाणी ते बाणा दो खंभ ने पातशाह ने बख्शिश कीते। ये गुरु दा सिख पंछी दी तरह है ते आकाश मंडल दी सैर दे आनंद लेने ने। फिर बाणी भी पढ़नी है ते बाणा भी धारण करना। गुरु बख्शिश करे। खालसा पंथ दी सिरजना कीती पातशाह जी ने। खालसे दा जन्म नहीं है, खालसे दा जन्म नहीं, ये खालसा ते प्रगट होया है। हुणे रंगीला जी कह रहे थे ना, प्रगट्यो खालसा परमात्म की मौज।
ਜਿਹਦਾ ਜਨਮ ਹੋਵੇ ਉਹਦੀ ਮੌਤ ਅਵਸ਼ ਹੁੰਦੀ ਹੈ, ਤੇ ਜੋ ਪ੍ਰਗਟ ਹੁੰਦਾ ਹੈ ਉਹਦਾ ਅੰਤ ਨਹੀਂ ਹੁੰਦਾ। ਇਸ ਲਈ ਆਪ ਵੀ ਅੰਮ੍ਰਿਤ ਛਕੋ, ਜਿਹੜੇ ਤੁਹਾਡੇ ਸਿਆਣੇ ਬੱਚੇ ਉਹਨਾਂ ਨੂੰ ਵੀ ਅੰਮ੍ਰਿਤ ਛਕਾਓ। ਜੇ ਛੋਟੇ ਨੇ ਤੇ ਉਹਨਾਂ ਨੂੰ ਨਿਤਨੇਮ ਦੇ ਨਾਲ ਜੋੜੋ, ਬਾਣੀ ਦੇ ਨਾਲ ਜੋੜੋ। ਅਰਦਾਸ ਕਿਲਾ ਪ੍ਰਿਸ਼ਤਗੜ੍ਹ ਜੋ ਯੂਪੀ ਦੇ ਵਿੱਚ ਉੱਥੋਂ ਆ ਰਿਹਾ ਹੈ, ਔਰ ਸੁਣ ਕੇ ਹੈਰਾਨ ਹੋ ਗਿਆ। ਜਿਸ ਘਰ ਵਿੱਚ ਪ੍ਰਸ਼ਾਦਾ ਛਕਿਆ ਨਾ, ਤੇ ਉਹ ਕਹਿਣ ਲੱਗੇ ਬੱਚੀਆਂ ਨੇ 10 ਸਹਿਜ ਪਾਠ ਕੀਤੇ ਨੇ, ਬੱਚੀਆਂ ਨੇ 10 ਸਹਿਜ ਪਾਠ ਕੀਤੇ ਨੇ। ਤੇ ਉਹ ਗੁਰਮੁਖ ਪਿਆਰੇ ਦਰਸਾ ਰਹੇ ਸਨ ਕਿ ਉਸ ਪਰਿਵਾਰ ਦੀ ਬੱਚੀ ਦਾ ਰਿਸ਼ਤਾ ਹੋਣ ਲੱਗਿਆ। ਘਰ ਬਹੁਤ ਅੱਗੇ ਅਮੀਰ ਸੀ, ਪਰ ਬੱਚੇ ਦੇ ਕੇਸ ਕੱਟੇ ਹੋਏ ਸਨ, ਬੱਚੇ ਦੇ ਕੇਸ ਕੱਟੇ ਹੋਏ ਸਨ, ਦਾੜਾ ਕੱਟਿਆ ਹੋਇਆ ਸੀ, ਕੇਸਾਂ ਦੀ ਬੇਅਦਬੀ ਕੀਤੀ ਹੋਈ ਸੀ। ਤੇ ਗੁਰਮੁਖ ਪਿਆਰੇ ਨੇ ਕਿਹਾ ਕਿ ਸਾਨੂੰ ਗੁਰੂ ਦਾ ਹੁਕਮ ਹੈ, ਪੁੱਤਰੀ ਦੇਵੈ ਸਿੱਖ ਕੋ ਲੇਵੈ ਨਹਿ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਗੁਰ ਕੇ ਧਾਮ। ਪੁੱਤਰੀ ਦੇਵੈ ਸਿੱਖ ਕੋ ਸੁਦਾ ਸੁਦਾ ਮਿਲ ਜਾਏ, ਭਾਦਨੀ ਕੋ ਦਈ ਸੁਤਾ ਇਹ ਮੁਖ ਅਮੀ ਚੁਆਏ। ਭਾਦਨੀ ਸਮਝਦੇ ਹੋ ਨਾ, ਕੇਸ ਕਟਾਉਣ ਵਾਲਾ, ਭੱਦਣ ਕਰਾਉਣ ਵਾਲਾ, ਸੱਪ ਦੇ ਮੂੰਹ ਵਿੱਚ ਜ਼ਹਿਰ ਪਾਉਣ ਵਾਲੀ ਬਾਤ ਹੁੰਦੀ ਹੈ। ਕਹਿੰਦੇ ਉਸ ਬੱਚੀ ਨੇ ਇੱਕ ਸਹਿਜ ਪਾਠ ਆਰੰਭ ਕਰ ਲਿਆ। ਪੁੱਛਿਆ ਬੇਟਾ ਕਾਹਦੀ ਅਰਦਾਸ ਕੀਤੀ ਹੈ? ਹੁਣ ਬੱਚੀ ਸੀ, ਥੋੜਾ ਜਿਹਾ ਸੰਕੋਚ ਕਰ ਗਈ, ਸ਼ਰਮ ਕਰ ਗਈ ਵੀ ਕੀ ਦੱਸਾਂ, ਪਰ ਉਹ ਸਮਝ ਗਏ ਗੁਰਮੁਖ ਪਿਆਰੇ ਵੀ ਕਿਸ ਵਾਸਤੇ ਬੱਚੀ ਨੇ ਪਾਠ ਰੱਖਿਆ। ਬੱਚੀ ਦੀ ਮਨ ਦੀ ਕਾਮਨਾ ਸੀ, ਸਤਿਗੁਰੂ ਮੇਰਾ ਜੀਵਨ ਸਾਥੀ ਅੰਮ੍ਰਿਤ ਧਾਰੀ, ਕੇਸਾ ਧਾਰੀ, ਤਿਆਰ ਪ੍ਰਤਿਆਰ ਗੁਰਮੁਖ ਪਰਿਵਾਰ ਮਿਲੇ ਮੈਨੂੰ। ਸਹਿਜ ਪਾਠ ਦਾ ਭੋਗ ਅਜੇ ਪਿਆ ਨਹੀਂ ਤੇ ਰਿਸ਼ਤਾ ਹੋ ਗਿਆ ਉਸ ਘਰ ਵਿੱਚ, ਜਿਹੜਾ ਸਾਰਾ ਹੀ ਪਰਿਵਾਰ ਅੰਮ੍ਰਿਤ ਧਾਰੀ। ਇਹ ਗੁਰੂ ਦੀ ਅਸੀਸ, ਗੁਰੂ ਦੀ ਬਾਣੀ ਹੈ। ਅਸੀਂ ਬਾਣੀ ਤੇ ਭਰੋਸਾ ਨਹੀਂ ਕਰਦੇ, ਬਾਣੀ ਤੇ ਵਿਸ਼ਵਾਸ ਨਹੀਂ ਸਾਨੂੰ। ਬਾਣੀ ਤੇ ਵਿਸ਼ਵਾਸ ਕਰੀਏ, ਕੋਈ ਐਸੀ ਅਦੇਹ ਵਸਤੂ ਨਹੀਂ ਜਿਹੜੀ ਸਾਨੂੰ ਗੁਰੂ ਦੇ ਕੋਲੋਂ ਨਾ ਪ੍ਰਾਪਤ ਹੋਵੇ। ਇਹ ਸਾਨੂੰ ਝੋਲੀ ਗੁਰੂ ਦੇ ਅੱਗੇ ਫੈਲਾਉਣ ਦੀ ਜ਼ਰੂਰਤ ਹੈ, ਕਿਸੇ ਹੋਰ ਦੇ ਅੱਗੇ ਹੱਥ ਛੱਡਣ ਦੀ ਜ਼ਰੂਰਤ ਨਹੀਂ, ਮੜੀਆਂ ਮਸਾਣੀਆਂ ਨੂੰ ਪੂਜਣ ਦੀ ਲੋੜ ਨਹੀਂ। ਇੱਕ ਅਦੀਬ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ, ਕਹਿ ਕੇ ਸਮਾਪਤੀ ਹੈ। तेरे दरबार की आली निराली शान जो देखी, सदाकत भी तेरी गलियों में चक्कर काटती देखी, झुकाया जिसने भी तेरे कदमां पर सर, ऐ मेरे मालिक तुझे देता नहीं देखा झोली भरी देखी। बोले सोनहार। सतगुरु ते अपने बच्चों नूं दातां देण वास्ते हमेशा ही तैयार रहिंदे ने, पर कई बार बच्चे ही भटक जाते हैं, प्यो नूं छड्ड के ना होरनां दे पिछे दौड़े फिरदे ने। तुसीं कई बार देखदे हो ना, अपने गली विच घर दे अगे कोई फेरी लाउण वाला आ जाए, कोई कुल्फियां वाला आ जाए, कोई होर आ जाए, गड्डियां दियां तुरियां फिरदियां हुंदियां ने ना। छोटा जिहा बच्चा हुंदा 3-4 साल की बिल्कुल उम्र, छोटी उम्र, वो जदों भी जाएगा अपने पिता अपनी माता कोल जाएगा। गुआंढी उहदे कोल खलोता होवे ना, उहदे कोलों नहीं पैसे मंगेगा कि मैं कुल्फी लैनी, गुआंढी कोलों नहीं मंगेगा, अपने घर विच जाएगा। ते असीं खसम छोड़ दूजे लगे, की होएगा? डूबे सेवण जा रहे। गुरु रहमत करे। अमृत दी दात जो सतगुरां ने सानू बख्शिश कीती है, पंजां प्यारियां दे पासों सतगुरु गुरु ग्रंथ साहिब दी हजूरी विच अमृत दी दात प्राप्त करके गुरबाणी दे एक एक अखर दे उत्ते विश्वास करके पढ़िए, सुनिए, विचारिए,
ਤੇ ਸਤਿਗੁਰੂ ਜੀ ਸਾਨੂੰ ਲੋਕ ਤੇ ਪ੍ਰਲੋਕ ਦੇ ਸੁੱਖ ਬਖਸ਼ਿਸ਼ ਕਰ ਦੇਣਗੇ। ਗੁਰੂ ਬਖਸ਼ਿਸ਼ ਕਰੇ ਆਪ ਸਮੁੱਚੀ ਸੰਗਤ ਦਾ, ਸਾਰੇ ਮਹਾਂਪੁਰਖਾਂ ਦਾ, ਜੌਲ ਸਾਹਿਬ ਦਾ ਦਾਸ ਧੰਨਵਾਦੀ ਹੈ। ਟਾਈਮ ਸ਼ਬਦ ਕੋਲ ਜ਼ਿਆਦਾ ਲੱਗੇ, ਖਿਮਾ ਚਾਹਾਂਗਾ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ। ਡਿੱਠੇ ਮੁਕਤ ਨ ਹੋਵੇ, ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਵੇਖਣ ਨਾਲ ਮੁਕਤੀ ਨਹੀਂ ਮਿਲਣੀ, ਜਿੰਨੀ ਦੇਰ ਤੱਕ ਇਸ ਸ਼ਬਦ ਦੀ ਵਿਚਾਰ ਨਹੀਂ ਕਰਦੇ। ਬਾਣੀ ਦੇ ਧਾਰਨੀ ਨਹੀਂ ਬਣਦੇ। ਮਾਨਯੋਗ ਸਿੰਘ ਸਾਹਿਬ ਜੀ ਦਾ ਸਤਿਕਾਰ ਮਹਾਂਪੁਰਸ਼ ਕਰਨਗੇ। ਮੈਂ ਬੇਨਤੀ ਕਰਾਂਗਾ ਭਾਈ ਦਵਿੰਦਰ ਸਿੰਘ ਜੀ ਉਹਨਾਂ ਨੂੰ, ਉਹ ਵੀ ਨਾਲ ਹੋਣਗੇ। ਨਾਲ ਹੀ ਭਾਈ ਗੁਰਦੀਪ ਸਿੰਘ ਜੀ ਖੁਜਾਲੇ ਵਾਲੇ ਮਹਾਂਪੁਰਸ਼ ਹੋਣਗੇ। ਬਾਬਾ ਗੁਰਦੀਪ ਸਿੰਘ ਜੀ ਖੁਜਾਲੇ ਵਾਲੇ, ਬਾਬਾ ਸਰੂਪ ਸਿੰਘ ਜੀ। ਮੈਂ ਬੇਨਤੀ ਕਰਾਂਗਾ ਸਾਰੇ ਮਹਾਂਪੁਰਸ਼ ਇਕੱਠੇ ਹੋ ਕੇ ਸਤਿਕਾਰ ਦੇ ਰਹੇ ਨੇ। ਭਾਈ ਸਾਹਿਬ ਬਲਵਿੰਦਰ ਸਿੰਘ ਜੀ ਰੰਗੀਲਾ ਜੀ ਨੂੰ ਬੇਨਤੀ ਕਰਾਂਗਾ, ਉਹ ਵੀ ਨਾਲ ਹੋਣਗੇ। ਬੋਲੇ ਸੋ ਨਿਹਾਲ। ਸ਼ੁਕਰਗੁਜ਼ਾਰ ਹਾਂ ਜੀ ਮਾਨਯੋਗ ਸਿੰਘ ਸਾਹਿਬ ਜੀ ਦੇ ਜੋਗ ਸਪੁੱਤਰ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜਸਵਿੰਦਰ ਸਿੰਘ ਜੀ ਉਹਨਾਂ ਨੂੰ, ਉਹ ਵੀ ਸਤਿਕਾਰ ਪ੍ਰਾਪਤ ਕਰਨਗੇ। ਅਦਬ ਨਾਲ ਬੇਨਤੀ ਹੈ, ਸਤਿਕਾਰ ਪ੍ਰਾਪਤ ਕਰੋ ਜੀ, ਸਤਿਕਾਰ ਨਾਲ ਬੇਨਤੀ ਹੈ ਜੀ। ਮਾਨਯੋਗ ਭਾਈ ਸਾਹਿਬ ਦਵਿੰਦਰ ਸਿੰਘ ਜੀ ਖੰਨੇ ਵਾਲੇ, ਉਹਨਾਂ ਨੂੰ ਬੜੇ ਇਹ ਹੈ ਵਿਦਾਇਗੀ ਦੇਣ ਲਈ, ਉਹਨਾਂ ਨੂੰ ਬੜੇ ਅਦਬ ਨਾਲ ਬੇਨਤੀ ਹੈ, ਪੰਡਾਲ ਵਿੱਚ ਆਓ ਜੀ। ਤੁਸੀਂ ਸਾਰੇ ਸਿੰਘ ਸਾਹਿਬ ਨੂੰ ਵਿਦਾ ਕਰਕੇ ਬੜੇ ਸਤਿਕਾਰ ਨਾਲ ਬੇਨਤੀ ਹੈ ਜੀ। ਭਾਈ ਸਾਹਿਬ ਕੀਰਤਨ ਆਰੰਭ ਕਰ ਰਹੇ ਨੇ, ਆਓ ਮਨ ਬਿਰਤੀ ਇਕਾਗਰ ਕਰੋ। ਇੱਕ ਜੈਕਾਰਾ ਦਿਓ ਬੁਲੰਦ ਆਵਾਜ਼ ਵਿੱਚ, ਬੀਬੀਆਂ ਵੱਲੋਂ ਜੈਕਾਰਾ ਬੁਲਾਓ ਜੀ। ਪਹਿਲੇ ਇੱਕ ਜੈਕਾਰਾ ਮੈਂ ਬੁਲਾਵਾਂਗਾ। ਬੋਲੇ ਸੋ ਨਿਹਾਲ। ਆਓ ਜੁੜ ਜਾਈਏ ਕੀਰਤਨ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ
अजुनी सैभं गुर प्रसाद गुर प्रसाद रोम रोम जे रसना तदप खालसा जस तहंगा हों खालसे को खालसा मेरो हो खालसे को खालसा मेरो खालसा मेरो ओत पोत सागर बुंदेरो हों खालसे को खालसा मेरो ओत पोत सागर बुंदेरो जगह कट में तब खालसता है न खालस जाने पूरन जो जगह कट में तब खालसता है न खालस जाने पूरन जो जगह घट में तब खालसता है न खालस जाने पूरन जो जगत जोत जपै निस्बासर एक बिना मन नैक नायानै पूरन प्रेम प्रतीत सजै व्रत गोर मणि मट पूल न मानै व्रत गोर मणि मट पूल न मान व्रत गोर मणि मट फूल न मान पूरन जो जगह कट में तब खालसता है न खालस जाने पूरन जो जगह कट में तब खालसता है न खालस जाने पूरन जो
तीर्थ दान दया तप संजम एक बिना नह एक पछानै। जगत जोत जपै निस्बासर एक बिना मन नैक नायानै। जागत जोत जपै एक बिना मन नैक नयन है। जागत जोत जपे निस्बास। जागत जोत जपे जागत जोत जपै निस्बास। वाहिगुरु 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 सारे जपो वाहिगुरु 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 पूरन जोत जगह कट में तब खालसता है न खालस जाने पूरन जो जगह कट में तब खालसता है न खालस जाने पूरन जो जगह कट में तब खालसता है न खालस जाने पूरन
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਿੱਤਰ ਸ਼ਬਦ, ਜਿਸ ਵਿੱਚ ਸਤਿਗੁਰੂ ਜੀ ਜਾਗਤ ਜੋਤ ਅਕਾਲ ਪੁਰਖ ਦੀ ਪੂਜਾ ਬਾਰੇ ਬਚਨ ਕਰ ਗਏ। ਤਿੰਨ ਸਿਧਾਂਤ ਦਸ਼ਮੇਸ਼ ਨੇ ਦਿੱਤੇ, पूजा अकाल की, परचा शब्द का, दीदार खालसे का। खालसा निर्गुण दा पुजारी है, सरगुण दा नहीं। ऐसे अकाल दा जिस दे स्वरूप बारे जाप साहिब भी धन गुरु गोबिंद सिंह आप कह गए, चक्कर चहन अर बरन जात अर पात नहन जे, रूप रंग अर रेख पेख को कह न सकत कह। अचल मूर्तन पौ प्रकाश अमतोज कहे जै। उस अकाल दा पुजारी है जिसदा रूप रंग वर्ण जात नहीं है, जो आकार विच नहीं। एक जोगी धन गुरु गोबिंद सिंह महाराज के दरबार विच आया ते जोगी ने सवाल किया, साहब जी आप कह रहे हो प्राणी परम पुरख पग लागो, परम पुरख दे चरणों नाल जुड़ना चाहिए ते आकार तो बिना चित किवें जुड़े? बिना आकार तो ध्यान नहीं टिकदा। उस जोगी नूं धन गुरु गोबिंद सिंह महाराज कहन लगे, सुपने दे विच दृश्य देखदे हो ना, जदों सुपना नहीं रहिंदा फिर वो दृश्य भी अलोप हो जाता। सुपना कदे सच नहीं हुंदा। ज्यों सुपना यार पेखना ऐसे जग को जान, इनमें किच साचो नहीं नानक बिन भगवान। कहने लगे आकार नहीं रहेगा, दृष्टमान है सगल मथेना, जो अखां राही दिखाई दे रहा ना ये नाश हो जाना। ते सिख पुजारी है निर्गुण दा, अकाल दा, जागत जोत दा। साहिबा ने आप किया बाणी विच, ध्यान तरो तह को मन में, जह को अमितोज सबै जग छाया। दशमेश जी दे अपने बचन, ना ध्यान आन को धरो, ना नाम आन उचरो, परम ध्यान धारी अनंत पाप टारे। उस परम शक्ति का ध्यान धरना जिसका ध्यान धरदियां करोड़ां पाप नाश होंदे हैं। इसलिए खालसे ने ध्यान धरना, जप करना जागत जोत का। एक बिना मन नैकन आना, एक परमेश्वर तो बिना होर किते प्रतीत नहीं करना, किसे ते विश्वास नहीं करना। ते अगे कह गए, पूरन प्रेम प्रतीत सजै, व्रत गोर मड़ी मट भूल ना माना। मेरा खालसा वर्त नहीं रखेगा, मड़ियां ते मसाणा ते जाके कबरां ते जाके शीस नहीं झुकाएगा, ते प्रतीत दे घर विच रहेगा, भरोसे दे घर विच। ते सिख दी डेफिनेशन है विश्वास, सिख दा अर्थ है यकीन, प्रतीत, भरोसा। एक मौलवी ने धन गुरु गोबिंद सिंह महाराज ते सवाल किया, मैं संखेप करा, साहब जी जे खुदा सब कुछ कर रहा है फिर गुरु की की लोड़ है? ते दशमेश कहंदे सुनना चाहना या कुछ देखना चाहना? कहना जी दिखा दियो, मेरा शंका निवृत्त हो जाएगा। ते दशमेश ने एक रबड़ की स्टैंप दी, कहंदे इसके अखर पढ़ के सुना। कित्थों पढ़दा? पुठे नजर आउंदे। धन गुरु गोबिंद सिंह महाराज ने उस रबड़ की स्टैंप नूं शाही विच भिओ के कागज के उत्ते चिपकाया। कहन लगे हुण इसके अखर पढ़, सीधे हो गए, पढ़े गए। कहंदे बस तेरे सवाल का जवाब है, खुदा सब कुछ कर रहा है पर गुरु राही वरतदा है। जदों कोई गुरु के चरणों ते आएगा, इत्थे शरधा नाल शीश झुकाएगा, इत्थे पुठे लेख सीधे हो जाएंगे। इत्थे पुठियां गल्लां सीधियां हुंदियां ने। पुष्ट बात ते पई सीधरी, दूत दुष्ट सजनई। अंधकार में रतन प्रगासियो, मलीन बुद्ध हथ नहीं। ये कदों वरतदा है? जो किरपा गोबिंद पई।
ਸੁਖ ਸੰਪਤ ਹਰ ਨਾਮ ਫਲ ਪਾਏ, ਸਤਿਗੁਰੂ ਮਿਲੇ। ਜਦੋਂ ਗੁਰੂ ਮਿਲੇਗਾ ਫਿਰ ਇਹ ਬਦਲਾ ਆਏਗਾ ਜੀਵਨ ਵਿੱਚ। ਮੌਲਵੀ ਦਾ ਸ਼ੰਕਟ ਵਿਰਤ ਹੋ ਗਿਆ। ਗੁਰੂ ਨਾਲ ਜੁੜਨਾ ਹੈ, ਪ੍ਰਤੀਤ ਦੇ ਘਰ ਵਿੱਚ ਰਹਿਣਾ ਹੈ। ਤੂੰ ਇੱਥੇ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ, ਪਰ ਸਿਦਕ ਕਰਕੇ ਸਿਜਦਾ ਕਰੇ। ਦੇਖਾ ਦੇਖੀ ਨਹੀਂ। ਜਿਨ੍ਹਾਂ ਸਿਦਕ ਕਰਕੇ ਸਿਜਦਾ ਕੀਤਾ, ਜੋ ਮਿਲ ਗਿਆ ਉਹਨਾਂ ਨੂੰ ਮਿਲ ਗਿਆ। ਸਿਦਕ ਕਰ ਸਿਜਦਾ, ਮਨ ਕਰ ਮਕਸੂਦ, ਜੈ ਤਿਰ ਦੇਖਾਂ ਤੇ ਤਿਰ ਮੌਜੂਦ। ਤੇ ਜੇ ਇੱਥੇ ਆ ਗਏ 100 ਵਾਰ ਕੋਈ ਚਲਾ ਜਾਏ, ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪ੍ਰਤੀਤ ਨਹੀਂ, ਤੇ ਸਾਹਿਬ ਕਹਿ ਗਏ ਸੁਖ ਨਹੀਂ ਜੇ ਮਿਲੇਗਾ, ਖਾਲੀ ਰਹੇਗਾ। ਜੇ ਵਿਸ਼ਵਾਸ ਹੀ ਨਹੀਂ ਗੁਰੂ ਤੇ, ਮੇਰਾ ਗੁਰੂ ਹੀ ਰੱਬ ਹੈ, ਗੁਰੂ ਹੀ ਪਰਮੇਸ਼ਰ ਹੈ, ਜੇ ਨਹੀਂ ਵਿਸ਼ਵਾਸ ਖਾਲੀ ਰਹੇਗਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਪਾਓ, ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ, ਨਹੀਂ ਅੰਦਰ ਦਾ ਸੁਖ ਲੈ ਸਕਦਾ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜੇ ਵਿਸ਼ਵਾਸ ਹੈ ਨਾ, ਫਿਰ ਤਤ ਗਿਆਨ ਪ੍ਰਾਪਤ ਹੋਏਗਾ। ਵਿਸ਼ਵਾਸ ਤੋਂ ਖਾਲੀ ਕੁਛ ਨਹੀਂ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤੇ ਅੱਜ ਦਸ਼ਮੇਸ਼ ਕਹਿ ਗਏ ਸ਼ਬਦ ਵਿੱਚ, ਪੂਰਨ ਪ੍ਰੇਮ ਪ੍ਰਤੀਤ ਸਜੈ। ਪ੍ਰਤੀਤ ਦੇ ਘਰ ਵਿੱਚ ਰਹਿ, ਯਕੀਨ ਦੇ ਘਰ ਵਿੱਚ ਰਹੀ। ਪਰਮੇਸ਼ਰ ਹੈ, ਉਹੀ ਵਰਤ ਰਿਹਾ, ਉਸ ਤੋਂ ਬਿਨਾਂ ਕੁਛ ਵੀ ਨਹੀਂ। ਬ੍ਰਤ ਗੋਰ ਮੜੀ ਮਟ ਮੂਲ ਨਾ ਮਾਨੈ। ਭਾਈ ਡੱਲਾ ਦਸ਼ਮੇਸ਼ ਦੇ ਦਰਬਾਰ ਵਿੱਚ ਆਇਆ ਤੇ ਇੱਕ ਦਿਨ ਕਹਿਣ ਲੱਗਿਆ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਇਕੱਲਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਮੁਸਕਰਾ ਕੇ ਕਹਿੰਦੇ, ਕੀ ਕਰੇਗਾ ਡੱਲਾ ਜਾਂ ਮੱਲਾ, ਜਿਸ ਗੁਰੂ ਦੇ ਨਾਲ ਰਹੇ ਅੱਲਾ। ਤੂੰ ਕਹਿਣਾ ਜੇ ਮੈਂ ਅਤੇ ਮੇਰੇ ਮੱਲ ਹੁੰਦੇ, ਅੱਜ ਇਤਿਹਾਸ ਦਾ ਰੰਗ ਹੋਰ ਹੁੰਦਾ, ਅੱਜ ਇਤਿਹਾਸ ਦੇ ਪੰਨੇ ਹੋਰ ਹੁੰਦੇ। ਇਤਨਾ ਮਾਣ। ਇੱਕ ਸ਼ਰਧਾਲੂ ਬੰਦੂਕ ਲੈ ਕੇ ਆਇਆ ਤੇ ਸਾਹਿਬ ਕਹਿੰਦੇ, ਭਾਈ ਡੱਲਿਆ ਆਪਣੇ ਮੱਲਾਂ ਨੂੰ ਬੁਲਾ, ਇਹ ਬੰਦੂਕ ਦੀ ਪਰਖ ਕਰ ਲਈ। ਆਵਾਜ਼ ਮਾਰੀ, ਕੋਈ ਮੱਲ ਅੱਗੇ ਨਹੀਂ ਆਇਆ, ਨਾ ਆਪ ਭਾਈ ਡੱਲਾ ਅੱਗੇ ਹੋਇਆ। ਤੇ ਦਸ਼ਮੇਸ਼ ਨੇ ਆਪਣੇ ਗੁਰਸਿੱਖਾਂ ਨੂੰ ਫਿਰ ਆਵਾਜ਼ ਮਾਰੀ, ਆਓ ਬੰਦੂਕ ਪਰਖਣੀ ਹੈ, ਕੋਈ ਆਏ। ਭਾਈ ਧੀਰ ਸਿੰਘ ਅਤੇ ਭਾਈ ਵੀਰ ਸਿੰਘ ਲੰਗਰ ਵਿੱਚ ਸੇਵਾ ਕਰ ਰਹੇ, ਦਸਤਾਰਾਂ ਸਜਾ ਰਹੇ। ਦਸਤਾਰਾਂ ਸਜਾਉਂਦਿਆਂ ਪਿਤਾ ਤੇ ਪੁੱਤਰ ਦੌੜਦੇ ਆ ਰਹੇ ਨੇ। ਪਿਤਾ ਕਹਿੰਦਾ ਮੈਂ ਆਵਾਜ਼ ਪਹਿਲਾਂ ਸੁਣੀ ਹੈ, ਤੇ ਪੁੱਤਰ ਕਹਿੰਦਾ ਮੇਰੇ ਕੰਨੀ ਪਹਿਲਾਂ ਪਈ ਹੈ। ਦਸ਼ਮੇਸ਼ ਨੇ ਗੋਲੀ ਚਲਾਈ, ਸਿਰਾਂ ਤੋਂ ਉੱਪਰੋਂ ਲੱਗ ਗਈ। ਤੇ ਭਾਈ ਡੱਲੇ ਨੂੰ ਕਹਿਣ ਲੱਗੇ, ਤੂੰ ਆਪਣੇ ਮੱਲਾਂ ਤੇ ਮਾਣ ਕਰਦਾ, ਆਹ ਦੇਖ ਮੇਰੇ ਗੁਰਸਿੱਖ ਮੱਲ ਇੱਕ ਆਵਾਜ਼ ਤੇ ਆਪਣਾ ਆਪ ਕੁਰਬਾਨ ਕਰਨ ਨੂੰ ਤਿਆਰ। ਉੱਥੇ ਫਿਰ ਤੁਹਾਡੇ ਵੱਲ ਇਸ਼ਾਰਾ ਕਰਦਿਆਂ ਦਸ਼ਮੇਸ਼ ਨੇ ਗੱਲ ਕਹੀ ਸੀ, ਮੈਨੂੰ ਮਾਣ ਹੈ ਇਹਨਾਂ ਗੁਰਸਿੱਖਾਂ ਤੇ ਕੀ ਕਹਿ ਰਹੇ ਨੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਿਮੋ ਸੇ ਗਰੀਬ ਕਰੋੜ ਕਰੇ। इन्हीं की कृपा के सजे हम हैं, इन्हीं की कृपा के सजे हम हैं, इन्हीं की कृपा के सजे हम हैं। नहीं मोह से गरीब करोड़ परे, नहीं मोह से गरीब करोड़ परे। कृपा के सजे हम हैं, इन्हीं की कृपा के सजे हम हैं।
युद्ध जिते इन्हीं के प्रसाद, इन्हीं के प्रसाद सुदान करे। अग ओग टरे इन्हीं के प्रसाद, इन्हीं की कृपा हुन नाम भरे, इन्हीं की कृपा हुन नाम भरे, इन्हीं की कृपा हुन नाम भरे। इन्हीं की कृपा के सजे हम हैं, इन्हीं की कृपा के सजे हम हैं। नहीं मोसे गरीब करोड़ परे, नहीं मोसे गरीब करोड़ परे। कृपा के सजे हम हैं, इन्हीं की कृपा के सजे हम हैं। इन्हीं के प्रसाद सो विद्यालय, इन्हीं की कृपा सब शतर मरे। इन्हीं के प्रसाद सो विद्यालय, इन्हीं की कृपा सब शतर मरे, इन्हीं की कृपा सब शतर मरे, इन्हीं की कृपा सब शतर मरे। इन्हीं की कृपा के सजे हम हैं, सारे करो। इन्हीं की कृपा के सजे हम हैं। नहीं मोसे गरीब करोड़ परे, नहीं मोसे गरीब करोड़ परे। इन्हीं की कृपा के सजे हम हैं, इन्हीं की कृपा के सजे हम हैं, सजे हम हैं, हाँ सजे हम हैं। एक दिन पाई डला ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਝੋਲੀ ਅੜ ਕੇ ਕਹਿਣ ਲੱਗਿਆ, ਸਾਹਿਬ ਜੀ ਆਪਣੇ ਚਰਨਾਂ ਵਿੱਚ ਦਰਗਾਹ ਵਿੱਚ ਪੀੜੀ ਜਿੰਨੀ ਥਾਂ ਦੇ ਦੇਣਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਡੱਲੇ ਨੂੰ ਕਹਿਣ ਲੱਗੇ, ਤੂੰ ਫੌਜਾਂ ਦੇ ਨਾਲ ਰਹਿ ਕੇ ਸੇਵਾ ਕੀਤੀ, ਸੰਸਾਰ ਦੇ ਸੁੱਖ ਮੈਂ ਤੈਨੂੰ ਦੇ ਸਕਦਾ ਪਰ ਦਰਗਾਹ ਦਾ ਨਹੀਂ। ਤੂੰ ਦਰਗਾਹ ਦੇ ਵਿੱਚ ਪੀੜੀ ਜਿੰਨੀ ਥਾਂ ਮੰਗੀ ਹੈ, ਮੈਂ ਕਹਿ ਦਿਆਂ ਤੈਨੂੰ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਮੈਂ ਦੇ ਸਕਦਾ। ਤੇ ਹੈਰਾਨ ਹੋ ਕੇ ਪੁੱਛਿਆ, ਸਾਹਿਬ ਜੀ ਇਤਨੀ ਸੇਵਾ ਨਾਲ ਰਹਿ ਕੇ ਕੀਤੀ? ਕਹਿੰਦੇ ਜਿਹੜਾ ਸੰਵਿਧਾਨ
ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੈਂ ਖੁਦ ਮੰਨਿਆ 1699 ਦੀ ਵਿਸਾਖੀ ਨੂੰ ਪੰਜਾਂ ਪਿਆਰਿਆਂ ਅੱਗੇ ਝੋਲੀ ਅੱਡ ਕੇ ਮੈਂ ਦਾਤ ਮੰਗੀ ਸੀ। ਮੈਂ ਕਿਹਾ ਸੀ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਲਓ। ਪੰਜਾਂ ਪਾਸੋਂ ਮੈਨੂੰ ਦਾਤ ਮਿਲੀ ਤੇ ਰਹਿੰਦੀ ਦੁਨੀਆ ਤੱਕ ਇਹ ਸੰਵਿਧਾਨ, ਇਹ ਕਨਸਟੀਟਿਊਸ਼ਨ ਲਾਗੂ ਰਹੇਗਾ। ਜਿਸ ਸਿੱਖ ਨੇ ਗੁਰੂ ਦੇ ਚਰਨਾਂ ਵਿੱਚ ਸਦੀਵੀ ਥਾਂ ਲੈਣੀ ਹੈ, ਉਸ ਨੂੰ ਪਹਿਲਾਂ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ। ਉਸ ਦਿਨ ਬਚਨ ਕੀਤੇ। ਕੱਲ ਭਾਗ ਜਾਗ ਰਹੇ ਨੇ। ਸ਼ਾਮ ਨੂੰ 6 ਵਜੇ ਤੋਂ 9 ਵਜੇ ਤੱਕ ਇਸ ਪਵਿੱਤਰ ਸਥਾਨ ਤੇ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ। ਖਾਲਸੇ ਦਾ ਸਾਜਨਾ ਦਿਵਸ ਮਨਾ ਰਹੇ ਨੇ। ਭਾਈ ਡੱਲਾ ਫਿਰ ਪਰਿਵਾਰ ਸਮੇਤ ਗੁਰੂ ਦੇ ਜਹਾਜ਼ ਬੇੜੇ ਵਿੱਚ ਬੈਠਿਆ ਸੀ। ਗੁਰੂ ਦੀਆਂ ਖੁਸ਼ੀਆਂ ਦਾ ਪਾਤਰ ਬਣਿਆ। ਅਸੀਂ ਵਿਸਾਖੀ ਮਨਾ ਰਹੇ ਹਾਂ ਨਾ। ਵਿਸਾਖੀ ਇੱਕ ਪ੍ਰਤੀਗਿਆ ਹੈ, ਇੱਕ ਪ੍ਰਣ ਹੈ। ਕਈ ਕਹਿੰਦੇ ਜੀ ਅੰਮ੍ਰਿਤ ਛਕਣਾ ਬੜਾ ਔਖਾ ਹੈ, ਬੜੀਆਂ ਕਰਨੀਆਂ ਪਾਬੰਦੀਆਂ ਨੇ। ਤੇ ਦੱਸ ਇੱਕੋ ਗੱਲ ਹਰ ਸਟੇਜ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਇੱਕੋ ਗੱਲ ਕਹਿ ਰਹੇ ਆ। ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਾਂ ਅੱਗੇ ਝੋਲੀ ਅੱਡ ਕੇ ਇਹ ਜਾਚਨਾ ਕਰ ਰਹੇ ਨੇ, ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਲਓ, ਮੈਂ ਸਭ ਕੁਝ ਵਾਰ ਦਿਆਂਗਾ। ਤੇ ਫਿਰ ਉਸ ਦੇ ਅੱਗੇ ਕੋਈ ਦਲੀਲ ਨਹੀਂ ਹੈ। ਜੇ ਗੁਰੂ ਨੂੰ ਲੋੜ ਹੈ ਨਾ, ਗੁਰੂ ਨੇ 5 ਕਕਾਰ ਧਾਰਨ ਕੀਤੇ, ਇਹਨਾਂ ਪੰਜਾਂ ਨੂੰ ਪਿਆਰ ਕੀਤਾ। 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਸੀ। ਕੁਛ ਰਹਿਤਾਂ ਦਿਸੀਆਂ ਸਨ, ਕੁਛ ਬਜਰ ਕਰੈਤਾਂ ਤੋਂ ਬਚਣ ਲਈ ਸਾਨੂੰ ਹੁਕਮ ਦਿੱਤਾ। ਬਸ ਜੇ ਗੁਰੂ ਨੇ ਛਕਿਆ, ਫਿਰ ਸਿੱਖ ਦੇ ਅੰਦਰ ਕੋਈ ਵਿਚਾਰ ਨਾ ਆਵੇ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ। ਪਹਿਲੇ ਜਾਮੇ ਵਿੱਚ ਸਚਿਆਰ ਸਿੱਖ ਦੀ ਨੀਂਹ ਧੰਨ ਗੁਰੂ ਨਾਨਕ ਸਾਹਿਬ ਨੇ ਰੱਖੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾ। ਤੇ 239 ਸਾਲ ਦਾ ਸਫ਼ਰ ਤੈਅ ਕਰਦਿਆਂ ਧੰਨ ਗੁਰੂ ਗੋਬਿੰਦ ਸਿੰਘ ਨੇ ਉਸੇ ਸਚਿਆਰ ਮਨੁੱਖ ਨੂੰ ਖਾਲਸੇ ਦਾ ਰੂਪ ਦਿੱਤਾ। ਪੂਰਨ ਤਸਵੀਰ ਬਣਾਈ ਹੈ। ਇਹ ਪੂਰਨ ਮਨੁੱਖ ਹੈ। ਅਸੀਂ ਸਚਿਆਰ ਹੋਣਾ, ਖਾਲਸੇ ਹੋਣਾ। ਤਾਂ ਹੀ ਹੋਵਾਂਗੇ ਜੇ ਪਹਿਲਾਂ ਗੁਰੂ ਦਾ ਹੁਕਮ ਮੰਨਾਂਗੇ। ਕੱਲ ਫਿਰ ਜਿਤਨੀ ਸੰਗਤ ਆਈ ਹੈ ਨਾ, ਅੱਜ ਮਨ ਗੁਰੂ ਦੇ ਚਰਨਾਂ ਤੇ ਬੇਟਾ ਕਰ ਜਾਣਾ। ਸਤਿਗੁਰੂ ਹੁਣ ਤੇਰੇ ਹੋਣਾ ਹੈ, ਤੇਰੀ ਗੋਦ ਵਿੱਚ ਬੈਠ ਜਾਣਾ। ਕਰ ਕੋਈ ਵੀ ਵਾਂਝਾ ਨਾ ਰਹੇ। ਇਸ ਇਸ਼ਨਾਨ ਕੇ ਸ਼ਾਮ ਨੂੰ ਠੀਕ 6 ਵਜੇ ਇੱਥੇ ਪਹੁੰਚ ਜਾਣਾ। ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣਨਾ। ਪਹਿਲਾਂ ਗੁਰੂ ਵਾਲੇ ਬਣਾਂਗੇ ਨਾ। ਅੰਮ੍ਰਿਤ ਛਕਣਾ ਇੱਕ ਦਾਖਲਾ ਜੇ, ਕੇਵਲ ਐਡਮਿਸ਼ਨ। ਬੱਚਾ ਸਕੂਲ ਵਿੱਚ ਦਾਖਲਾ ਲੈਂਦਾ, ਉਸ ਨੂੰ ਡਿਗਰੀ ਨਹੀਂ ਮਿਲਦੀ। ਪੜ੍ਹਾਈ ਤਾਂ ਬਾਅਦ ਵਿੱਚ ਆਰੰਭ ਹੋਣੀ ਹੈ। ਫਿਰ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲਣਾ ਪਏਗਾ, ਨਿਤਨੇਮ ਕਰਨਾ ਪਏਗਾ। ਪ੍ਰਤਿਗਿਆ ਲੈਣੀ ਹੈ, ਅਸੀਂ ਅੰਮ੍ਰਿਤ ਵੇਲੇ ਉੱਠਾਂਗੇ। ਇਹ ਵਿਸਾਖੀ ਤੇ ਪ੍ਰਤਿਗਿਆ। ਹਰ ਗੁਰਸਿੱਖ ਨੇ ਪ੍ਰਣ ਕਰਨਾ ਹੈ। ਅੰਮ੍ਰਿਤ ਵੇਲੇ ਉੱਠ ਕੇ ਮੈਂ ਸਿਮਰਨ ਵਿੱਚ ਬੈਠਣਾ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ। ਕੋਈ ਅੱਧਾ ਘੰਟਾ ਕਰੇ, ਮੁਬਾਰਕ ਹੈ। ਕੋਈ ਜ਼ਿਆਦਾ ਕਰੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਢਾਲਣਾ, ਬਾਣੀ ਅਨੁਸਾਰ ਆਪਣੇ ਆਪ ਨੂੰ ਢਾਲਣਾ ਜੀਵਨ। ਫਿਰ ਡਿਗਰੀ ਮਿਲੇਗੀ ਨਾਮ ਦੀ। ਫਿਰ ਗੁਰਪ੍ਰਸਾਦ ਵਰਤੇਗਾ। ਔਰ ਪਹਿਲਾਂ ਆਪਣੇ ਅੰਦਰ ਅੱਜ ਵਿਸ਼ਲੇਸ਼ਣ ਕਰਕੇ ਜਾਣਾ ਕਿ ਅਸੀਂ ਸਾਰਿਆਂ ਨੇ ਦਾਖਲਾ ਵੀ ਲਿਆ ਜਾਂਦਾ। ਜਿਸ ਕੁਆਰੀ ਕੰਨਿਆ ਦਾ ਰਿਸ਼ਤਾ ਨਹੀਂ ਨਾ ਹੋਇਆ, ਉਸਦੇ ਪਤੀ ਦੀ ਚੋਣ ਹੀ ਨਹੀਂ ਹੋਈ, ਦੱਸੋ ਪਤੀ ਦਾ ਨਾਮ ਕੀ ਵਰਤੇਗੀ? ਅਜੇ ਤਾਂ ਚੋਣ ਹੀ ਨਹੀਂ ਹੋਈ, ਰਿਸ਼ਤਾ ਹੀ ਨਹੀਂ ਹੋਇਆ। ਜੇ ਸਾਡਾ ਜੇ ਗੁਰੂ ਦੇ ਗ੍ਰਹਿ ਵਿਖੇ ਜਨਮ ਹੀ ਨਹੀਂ ਹੋਇਆ, ਜੇ ਵਾਹਿਗੁਰੂ ਗੁਰਮੰਤਰ ਸਾਨੂੰ ਮਿਲਿਆ ਹੀ ਨਹੀਂ ਜਪਣ ਨੂੰ, ਇਹ ਪੰਜਾਂ ਨੇ ਦੇਣਾ। ਕੱਲ ਭਾਗ ਜਾਗਣਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਤੁਹਾਨੂੰ ਪੰਜਾਂ ਪਿਆਰਿਆਂ ਨੇ ਨਿਤਨੇਮ ਗੁਰਮੰਤਰ ਮੂਲ ਮੰਤਰ ਦ੍ਰਿੜ ਕਰਾਉਣਾ। ਉਸ ਦਿਨ ਜਪਣ ਦਾ ਅਧਿਕਾਰ ਮਿਲੇਗਾ। ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਵੇ ਰਾਮ। ਜੇ ਗੁਰੂ ਵਾਲੇ ਨਹੀਂ ਨਾ ਬਣਿਆ, ਜੇ ਮਨਮੁਖ ਦੇ ਤਲ ਤੇ ਖੜੇ, ਭਗਤੀ ਨਹੀਂ ਹੋ ਰਹੀ। ਮੁਬਾਰਕ ਹੈ ਕੋਈ ਪਾਠ ਕਰ ਰਿਹਾ, ਕੋਈ ਸਿਮਰਨ ਕਰ ਰਿਹਾ, ਕੋਈ ਨਿਤਨੇਮ ਨਾਲ ਸੰਗਤ ਵਿੱਚ ਆ ਰਿਹਾ, ਬਹੁਤ ਚੰਗੀ ਗੱਲ ਹੈ। ਪਰ ਅਜੇ ਗੁਰਪ੍ਰਸਾਦ ਨਹੀਂ ਵਰਤਿਆ। ਜਦੋਂ ਤੱਕ ਪੰਜਾਂ ਦਾ ਅਸੀਸ ਤੇ ਹੱਥ ਨਹੀਂ